Hello dear students, I am Avtar Singh and today we will continue exercise 15.1 of probability. So अपने को 9th question given है, a box contains 5 red marbles, 8 white marbles and 4 green marbles. One marble is taken out of the box at random. What is the probability that the marble taken out will be red? दूसरा क्वेश्चन हैगा white and तीसरा क्वेश्चन हैगा not green. So first of all ਆਪਾਂ ਨੂੰ ਦਿੱਤਾ ਕੀ ਹੋਇਆ, ਆਪਾਂ ਨੂੰ ਇੱਕ ਇਸ ਤਰੀਕੇ ਦਾ ਬਾਕਸ ਦਿੱਤਾ ਹੋਇਆ, ਇਸ ਦੇ ਵਿੱਚ 5 ਤਾਂ ਹੈਗੇ ਆ ਜੀ ਰੈੱਡ ਮਾਰਬਲ ਐਂਡ 8 ਹੈਗੇ ਆਪਣੇ ਕੋਲੇ ਵਾਈਟ ਮਾਰਬਲਸ ਐਂਡ 4 ਹੈਗੇ ਆ ਗ੍ਰੀਨ ਮਾਰਬਲਸ। ਸੋ ਫਸਟਲੀ ਆਪਾਂ ਰੈੱਡ ਦੀ ਪ੍ਰੋਬੇਬਿਲਿਟੀ ਚੈੱਕ ਕਰਨੀ ਆ। ਸੋ ਫਸਟ ਆਫ ਆਲ ਆਪਾਂ ਕੀ ਲਿਖਾਂਗੇ, ਟੋਟਲ ਮਾਰਬਲਸ ਕਿੰਨੇ ਆ। ਸੋ ਟੋਟਲ ਮਾਰਬਲਸ ਕਿੰਨੇ ਆ ਆਪਣੇ ਕੋਲੇ 5 + 8 + 4, ਸੋ ਇਹ ਕਿੰਨਾ ਹੋ ਜਾਏਗਾ 17। ਠੀਕ ਹੈ, ਤਾਂ ਜੇਕਰ ਆਪਾਂ ਰੈੱਡ ਦੀ ਗੱਲ ਕਰਨੀ ਹੈ ਸੋ ਆਪਾਂ ਪਹਿਲਾਂ ਲਿਖਾਂਗੇ ਰੈੱਡ ਹੈ ਕਿੰਨੇ ਆਪਣੇ ਕੋਲੇ, ਰੈੱਡ ਹੈਗੇ ਆਪਣੇ ਕੋਲੇ 5। ਠੀਕ ਹੈ, ਸੋ ਪ੍ਰੋਬੇਬਿਲਿਟੀ ਆਫ ਰੈੱਡ ਕਿੰਨੀ ਆ ਜਾਏਗੀ, ਪ੍ਰੋਬੇਬਿਲਿਟੀ ਆਫ ਰੈੱਡ ਕੀ ਸੀ ਆਪਣੇ ਕੋਲੇ ਫਾਰਮੂਲਾ, ਫੇਵਰੇਬਲ ਅਪੋਨ ਟੋਟਲ। ਸੋ ਫੇਵਰੇਬਲ ਹੈਗਾ 5 ਐਂਡ ਟੋਟਲ ਹੈਗਾ 17, ਸੋ ਆਪਣੇ ਕੋਲੇ ਆ ਜਾਏਗਾ 5/17। ਠੀਕ ਹੈ, ਇਹ ਆਪਣਾ ਰਿਕੁਆਇਰਡ ਆਨਸਰ ਰਹੇਗਾ ਜੀ। ਕਲੀਅਰ। ਐਂਡ ਜੇਕਰ ਆਪਾਂ ਹੁਣ ਵਾਈਟ ਦੀ ਕੱਢਣੀ ਹੋਵੇ, ਸੈਕਿੰਡ ਕੁਐਸਚਨ ਹੈ ਜੋ ਆਪਣੇ ਕੋਲੇ, ਸੋ ਉਸ ਨੂੰ ਆਪਾਂ ਕਿੱਦਾਂ ਕਰਾਂਗੇ, ਬਿਲਕੁਲ ਸੇਮ। ਆਪਣੇ ਕੋਲੇ ਵਾਈਟ ਮਾਰਬਲਸ ਕਿੰਨੇ ਆ ਪਹਿਲਾਂ ਲਿਖਾਂਗੇ, ਵਾਈਟ ਮਾਰਬਲਸ ਹੈ ਕਿੰਨੇ ਆਪਣੇ ਕੋਲੇ 8। ਠੀਕ ਹੈ, ਐਂਡ ਜੇ ਆਪਾਂ ਪ੍ਰੋਬੇਬਿਲਿਟੀ ਆਫ ਵਾਈਟ ਕੱਢਣੀ ਹੋਵੇ, ਪ੍ਰੋਬੇਬਿਲਿਟੀ ਆਫ ਵਾਈਟ ਸੋ ਕਿੰਨੀ ਆ ਜਾਏਗੀ, ਫੇਵਰੇਬਲ ਅਪੋਨ ਟੋਟਲ। ਫੇਵਰੇਬਲ ਆਪਣੇ ਕੋਲੇ 8 ਹੈ ਐਂਡ ਟੋਟਲ ਆਪਣੇ ਕੋਲੇ 17। ਠੀਕ ਹੈ, ਸੋ ਇਹ ਆਪਣਾ ਦੂਸਰੇ ਕੁਐਸਚਨ ਦਾ ਆਨਸਰ ਰਹੇਗਾ। ਐਂਡ ਜੇਕਰ ਆਪਾਂ ਥਰਡ ਦੀ ਗੱਲ ਕਰੀਏ, ਥਰਡ ਨੂੰ ਪਲੀਜ਼ ਧਿਆਨ ਨਾਲ ਕਰਨਾ ਆਪਾਂ। ਥਰਡ ਆਪਣੇ ਕੋਲੇ ਉਹਨਾਂ ਨੇ ਪੁੱਛਿਆ ਨੋਟ ਗ੍ਰੀਨ। ਨੋਟ ਗ੍ਰੀਨ ਨੂੰ ਕੱਢਣ ਤੋਂ ਪਹਿਲਾਂ ਆਪਾਂ ਗ੍ਰੀਨ ਬਾਰੇ ਕੱਢ ਲਈਏ। ਸੋ ਆਪਣੇ ਕੋਲੇ ਗ੍ਰੀਨ ਮਾਰਬਲਸ ਹੈ ਕਿੰਨੇ, ਗ੍ਰੀਨ ਮਾਰਬਲਸ ਹੈਗੇ ਆ ਜੀ ਆਪਣੇ ਕੋਲੇ 4। ਠੀਕ ਹੈ, ਐਂਡ ਪ੍ਰੋਬੇਬਿਲਿਟੀ ਆਫ ਗ੍ਰੀਨ ਕਿੰਨੀ ਆ ਜਾਏਗੀ, ਪ੍ਰੋਬੇਬਿਲਿਟੀ ਆਫ ਗ੍ਰੀਨ ਆਪਣੇ ਕੋਲੇ ਆ ਜਾਏਗੀ 4/17। ਠੀਕ ਹੈ, ਸੋ ਇਹ ਆਪਣਾ ਇੱਥੋਂ ਆਨਸਰ ਰਹੇਗਾ। ਬਟ ਆਪਾਂ ਨੂੰ ਉਹਨਾਂ ਨੇ ਪੁੱਛਿਆ ਨੋਟ ਗ੍ਰੀਨ, ਸੋ ਆਪਾਂ ਨੋਟ ਗ੍ਰੀਨ ਨੂੰ ਕਿੱਦਾਂ ਕੱਢਾਂਗੇ, ਆਪਣੇ ਕੋਲ ਇੱਕ ਫਾਰਮੂਲਾ ਸੀ ਆਪਾਂ ਸਟਾਰਟਿੰਗ 'ਚ ਕੀਤਾ ਸੀ, ਪ੍ਰੋਬੇਬਿਲਿਟੀ ਆਫ ਗ੍ਰੀਨ ਪਲੱਸ ਪ੍ਰੋਬੇਬਿਲਿਟੀ ਆਫ ਗ੍ਰੀਨ ਨੋਟ ਕਿਸ ਦੇ ਇਕੁਅਲ ਹੁੰਦੀ ਹੈ ਆਪਣੇ ਕੋਲੇ 1 ਦੇ। ਸੋ ਹੁਣ ਆਪਣੇ ਕੋਲੇ ਇਸ ਦੀ ਤਾਂ ਵੈਲਿਊ ਗਿਵਨ ਹੈ, ਸੋ ਆਪਾਂ ਪ੍ਰੋਬੇਬਿਲਿਟੀ ਆਫ ਗ੍ਰੀਨ ਨੋਟ ਇਜ਼ ਇਕੁਅਲਸ ਟੂ 1 - ਪ੍ਰੋਬੇਬਿਲਿਟੀ ਆਫ ਗ੍ਰੀਨ। ਠੀਕ ਹੈ, ਸੋ ਆਪਣੇ ਕੋਲੇ 1 - ਇਸ ਦੀ ਵੈਲਿਊ ਆਪਾਂ ਪਿਛਲੀ ਸਲਾਈਡ 'ਚ ਹੁਣੇ ਬਣਾ ਕੇ ਆਏ ਹਾਂ, ਕਿੰਨੀ ਸੀਗੀ 4/17। ਸੋ ਆਪਣੇ ਕੋਲੇ 4/17। ਸੋ ਆਪਣੇ ਕੋਲੇ ਇਸ ਨੂੰ ਐਲਸੀਐਮ ਲੈ ਕੇ ਵੈਲਿਊ ਬਣ ਜਾਏਗੀ 13/17। ਠੀਕ ਹੈ, ਸੋ ਆਪਣੇ ਕੋਲੇ ਪ੍ਰੋਬੇਬਿਲਿਟੀ ਆ ਗਈ ਗ੍ਰੀਨ ਨੋਟ ਦੀ ਕਿੰਨੀ 13/17। ਠੀਕ ਹੈ, ਸੋ ਇਹ ਆਪਣਾ ਰਿਕੁਆਇਰਡ ਆਨਸਰ ਰਹੇਗਾ ਜੀ। ਕਲੀਅਰ। ਸੋ ਆਪਾਂ ਨੂੰ 10th ਕੁਐਸਚਨ ਗਿਵਨ ਹੈ, ਅ ਪਿਗੀ ਬੈਂਕ ਕੰਟੇਨਸ 100 50 ਪੈਸੇ ਕੋਇਨਸ, 50 1 ਰੁਪੀਸ ਕੋਇਨਸ, 20 2 ਰੁਪੀਸ ਕੋਇਨਸ ਐਂਡ 10 5 ਰੁਪੀਸ ਕੋਇਨਸ। ਹਾਂਜੀ, ਤਾਂ ਆਪਾਂ ਨੂੰ ਕੁਐਸਚਨ ਦੇ ਵਿੱਚ ਗਿਵਨ ਹੈ ਵੀ ਇੱਕ ਆਪਣੇ ਕੋਲੇ ਬੈਂਕ ਹੈ, ਉਸ ਦੇ ਵਿੱਚ 50 ਪੈਸੇ ਦੇ ਕੋਇਨਸ ਹੈਗੇ ਆ 100। ਠੀਕ ਹੈ, ਐਂਡ ਜਿਹੜੇ ਆਪਣੇ ਕੋਲੇ ਹੈਗੇ ਆ 1 ਰੁਪੀਸ ਦੇ ਕੋਇਨਸ ਉਹ ਕਿੰਨੇ ਆ 50। ਕਲੀਅਰ। ਐਂਡ ਜਿਹੜੇ ਆਪਣੇ ਕੋਲੇ 2 ਰੁਪੀਸ ਦੇ ਕੋਇਨ ਆ ਉਹ ਕਿੰਨੇ ਆ 20। ਠੀਕ ਹੈ, ਐਂਡ ਜਿਹੜੇ ਲਾਸਟਲੀ ਆਪਣੇ ਕੋਲੇ 5 ਰੁਪੀਸ ਦੇ ਕੋਇਨ ਆ ਉਹ ਕਿੰਨੇ ਆ 10। ਸੋ ਆਪਣੇ ਕੋਲੇ ਟੋਟਲ ਕੋਇਨਸ ਕਿੰਨੇ ਹੋ ਗਏ ਇੱਥੋਂ, ਆਪਣੇ ਕੋਲੇ ਟੋਟਲ ਕੋਇਨਸ ਬਣਦੇ ਆ, ਇਹਨਾਂ ਦਾ ਐਡ ਕਰਾਂਗੇ ਸੋ ਆਪਣੇ ਕੋਲੇ ਬਣ ਜਾਣਗੇ ਜੀ 180। ਕੁਐਸਚਨ ਦੇ ਵਿੱਚ ਕਿਹਾ ਹੈ ਵੀ ਜੇਕਰ ਆਪਣੇ ਕੋਲੇ ਇੱਕ ਕੋਇਨ ਹੈ ਵੀ ਉਹ ਜੇਕਰ ਡਿੱਗ ਪੈਂਦਾ ਹੈ, ਠੀਕ ਹੈ, ਦੈਨ ਆਪਣੇ ਕੋਲੇ ਪ੍ਰੋਬੇਬਿਲਿਟੀ ਦੱਸਣੀ ਆਪਾਂ ਵੀ ਵਿਲ ਬੀ 50 ਪੈਸੇ ਕੋਇਨ, ਵੀ ਜਿਹੜਾ ਇਹ ਕੋਇਨ ਹੈ ਇਹ 50 ਪੈਸੇ ਦਾ ਹੋਏਗਾ, ਇਸ ਦੀ ਆਪਣੇ ਕੋਲੇ ਪ੍ਰੋਬੇਬਿਲਿਟੀ। ਸੋ ਆਪਣੇ ਕੋਲੇ ਪਹਿਲਾਂ ਉੱਦਾਂ ਹੀ ਜਿਵੇਂ ਪਿਛਲੇ ਸਮ ਦੇ ਵਿੱਚ ਕੀਤਾ ਸੀਗਾ, ਆਪਾਂ ਲਿਖ ਲੈਂਦੇ ਹਾਂ ਵੀ ਆਪਣੇ ਕੋਲੇ 50 ਪੈਸੇ ਦੇ ਕੋਇਨਸ ਕਿੰਨੇ ਆ, 50 ਪੈਸੇ ਕੋਇਨਸ ਹੈ ਕਿੰਨੇ ਆਪਣੇ ਕੋਲੇ 100। ਠੀਕ ਹੈ, ਸੋ ਜੇਕਰ ਆਪਾਂ ਪ੍ਰੋਬੇਬਿਲਿਟੀ ਦੀ ਗੱਲ ਕਰਨੀ ਹੋਵੇ, ਪ੍ਰੋਬੇਬਿਲਿਟੀ ਆਫ 50 ਪੈਸੇ ਕੋਇਨਸ ਸੋ ਕਿੰਨੀ ਆ ਜਾਏਗੀ ਆਪਣੇ ਕੋਲੇ ਫੇਵਰੇਬਲ ਆਊਟਕਮਸ ਅਪੋਨ ਟੋਟਲ ਆਊਟਕਮ ਕਿੰਨੀਆਂ ਸੀ ਆਪਣੇ ਕੋਲੇ 100 ਐਂਡ ਟੋਟਲ ਕਿੰਨੀਆਂ ਸੀ ਆਪਣੇ ਕੋਲੇ 180। ਸੋ ਆਪਣੇ ਕੋਲੇ ਕੱਟ ਹੋ ਕੇ ਆ ਜਾਏਗਾ 5/9। ਠੀਕ ਹੈ, ਸੋ ਆਪਣੇ ਕੋਲੇ ਕੱਟ ਹੋ ਕੇ ਆ ਜਾਏਗਾ ਪ੍ਰੋਬੇਬਿਲਿਟੀ ਆਫ 50 ਪੈਸੇ ਕੋਇਨ ਆ ਜਾਏਗੀ
5/9 क्लीयर। एंड जो ਆਪਾਂ ਨੂੰ दूसरा क्वेश्चन ਦਿੱਤਾ ਹੋਇਆ ਸੀਗਾ विल नॉट बी 5 रुपीज़ कॉइन, भी 5 रुपये कॉइन नहीं होना चाहिए, तो आप पहला की करांगे 5 रुपीज़ कॉइनस की प्रोबेबिलिटी कढ़ लाँगे, फिर उसनू 1 दे विचों माइनस कर देंगे। सो अपने को 5 रुपीज़ के किन्ने है 10 कॉइनस। सो आप लिखते हैं इत्थे 5 रुपीज़ कॉइनस किन्ने अपने को 5 रुपीज़ कॉइनस है जी अपने को 10, ठीक है। सो प्रोबेबिलिटी ऑफ 5 रुपीज़ कॉइन कितनी आ जाएगी, प्रोबेबिलिटी ऑफ 5 रुपीज़ आ जाएगी फेवरेबल मीन्स टू से 10 अपॉन टोटल कितनी सी अपने को 180, ठीक है। सो अपॉन 180, सो यही आ जाएगी अपने को 1/18। बट आप कढ़ना की है नॉट 5, सो नॉट 5 दे विच आपां की करांगे 1 दे विचों इसनू माइनस कर देंगे। सो अपने को फॉर्मूला सीगा ना प्रोबेबिलिटी ऑफ नॉट 5 कितनी आ जाएगी अपने को 1 माइनस प्रोबेबिलिटी ऑफ 5। सो यही अपने को आ जाएगा 1 माइनस इसकी वैल्यू हुणे बना के आए हैं कितनी सी 1/18। सो 1/18 एंड अपने को इतों आंसर आ जाएगा प्रोबेबिलिटी ऑफ नॉट 5 रुपीज़ कॉइन, इन्हों कैलकुलेट करके अपने को आ जाएगा 17/18। क्लीयर, यही अपना रिक्वायर्ड आंसर है। सो नैक्सट अपने को 11th क्वेश्चन है गोपी बाइज अ फिश फ्रॉम अ शॉप फॉर हिज एक्वेरियम। द शॉपकीपर टेक्स आउट 1 फिश एट रैंडम फ्रॉम टैंक कंटेनिंग 5 मेल फिशिज एंड 8 फीमेल फिशिज, ठीक है। अपने को जो टैंक है इस 5 तो है मेल फिशिज एंड 8 की है फीमेल फिशिज। सो टोटल फिशिज कितनियाँ हो गई 5 + 8 13, ठीक है। वट इज़ द प्रोबेबिलिटी दैट फिश टेकन आउट इज़ अ मेल फिश। सो बिल्कुल ईजी क्वेश्चन ही लग रहा है तो आप की करांगे। सो फर्स्टली आप लिखांगे टोटल फिशिज कितनी है, टोटल फिशिज अपने को है 5 + 8, सो कितनियाँ हो जाएगी ये 13, क्लीयर। एंड जेकर आप मेल की गल करनी हो तो मेल फिशिज कितनी है, मेल फिशिज है 5, क्लीयर। सो आप प्रोबेबिलिटी दसनी है भी मेल फिश की कितनी होएगी। सो प्रोबेबिलिटी ऑफ मेल फिश अपने को आ जाएगी 5/13, ठीक है। फेवरेबल अपॉन टोटल, सो अपना आंसर आ जाएगा 5/13, ठीक है। सो अपने को 12th क्वेश्चन गिवन अ गेम ऑफ चांस कंसिस्ट्स ऑफ स्पिनिंग एन एरो विच कम्स टू रेस्ट पॉइंटिंग एट एंड वन एंड ऑफ द नंबर्स 1 2 3 4 5 6 7 8 and these are equally likely outcomes. What is the probability that it will point at 8? हाँ जी, तो अपने को इन्होंने 8 नंबरस दिते हुए है, ठीक है। इस तरीके के 8 नंबरस दिते हुए है तो इन्हों की अपन दिता हुआ एक इक्वली लाइकली आउटकम्स, तो सारिਆਂ ਦੇ इक्वल आ सकता, ये नहीं भी 8 ਤੇ ज़्यादा बार रुकूगा ਜਾਂ 2 ਤੇ ज़्यादा बार रुकूगा, ठीक है। इक्वली लाइकली आउटकम्स आ। सो आप प्रोबेबिलिटी दसनी है 8 की कितनी होगी प्रोबेबिलिटी। सो ओबवियसली अपने को फॉर्मूला की होंगे भी फेवरेबल आउटकम्स अपॉन टोटल आउटकम्स। सो अपने को टोटल आउटकम्स कितनी है 1 2 3 4 5 6 7 8, है ना। तो अपने को की आ जाएगा प्रोबेबिलिटी ऑफ 8 इज इक्वल्स टू 8 कितने बार आने के चांस है 1 बार एंड टोटल आउटकम्स कितनी है अपने को 8। सो पहले का आंसर आ जाएगा अपने को 1/8, ठीक है। दूसरा अपने को पूछा उन्होंने एन ऑड नंबर। सो इन्होंने हम ऑड नंबरस कितने हैं देखो, अपने को 1 ऑड है, उस तो बाद 3 ऑड है, उस तो बाद 5 ऑड है एंड 7 ऑड है, ठीक है। 1 3 5 एंड 7, सो ये टोटल कितने हो गए 4, ठीक है। सो अपने को दूसरे का आंसर कितना आएगा, प्रोबेबिलिटी ऑफ ऑड नंबर कितनी आएगी, फेवरेबल आउटकम्स दैट मीनस 4 अपॉन टोटल आउटकम्स दैट मीनस 8। सो अपने को इन्हों कट के आ जाएगा 1/2। सो अपने को प्रोबेबिलिटी ऑफ ऑड आ जाएगी 1/2, क्लीयर। एंड तीसरा क्वेश्चन उन्होंने पूछा आपू अ नंबर ग्रेटर दैन 2। सो 2 तो ग्रेटर नंबर, हाँ जी, तो 2 तो किहड़े नंबर ग्रेटर है 3 4 5 6 7 8। सो कितने नंबर हो गए ये 6। सो अपने को लिखते हैं आप नंबर ग्रेटर दैन 2। थर्ड क्वेश्चन अपने को नंबर ग्रेटर दैन 2।
सो अपने कोले किहड़े है, एक अपने कोले 3 है, 4 5 6 7 एंड 8। सो ये टोटल किन्ने हो गए 6। ठीक है, सो अपने कोले प्रोबेबिलिटी कितनी आ जाएगी, प्रोबेबिलिटी ऑफ नंबर ग्रेटर दैन 2 कितनी आ जाएगी 6/8। ठीक है, सो अपने कोले 6 नाल ये कट्टिया गया 3, इत्थे आ जाएगा 4। सो अपने कोले आ जाएगा आंसर 3/4। क्लीयर, ये अपना तीसरे का आंसर रहेगा जी। एंड जो अपन लास्ट पूछा उन्होंने, लास्ट क्वेश्चन पूछा अ नंबर लैस दैन 9। सो 9 तो ये सारे नंबर ही लैस है। सो अपने को कितने नंबर आ जाएंगे 1 2 3 4 5 6 7 एंड 8। ये सारे नंबर्स 9 तो की है लैस है। सो अपने को प्रोबेबिलिटी आ जाएगी, प्रोबेबिलिटी नंबर लैस दैन 9, लैस दैन 9। सो कितनी आ जाएगी फेवरेबल आउटकम्स अपॉन टोटल। सो फेवरेबल भी कितनी है अपने को 8 ही है एंड टोटल भी कितनी है अपने को 8 ही है। सो इथों आंसर आ जाएगा अपना 1। क्लीयर। सो अपन 13 क्वेश्चन गिवन है अ डाई इज थ्रोन वंस, व्हाट इज प्रोबेबिलिटी ऑफ गेटिंग अ प्राइम नंबर, अ नंबर लाइंग बिटवीन 2 and 6 एंड थर्ड वन इज एन ऑड नंबर। सो जिमें कि अपन पता भी डाई के किन्ने फेसिस होंगे अपने को 6 फेसिस, तो की होंगे 1 2 3 4 5 एंड 6, यही 6 फेसिस होंगे है ना। सो अपने को फर्स्ट क्वेश्चन उन्होंने पूछा व्हाट इज द प्रोबेबिलिटी ऑफ गेटिंग अ प्राइम नंबर। सो प्राइम नंबर आने की प्रोबेबिलिटी की होएगी, तो इन्हों के अपने को प्राइम नंबरस किहड़े बन रहे हैं पहला ये देख। सो प्राइम नंबरस जेकर आप लिखने हो अपने को आ जाएंगे, फर्स्ट प्राइम किहड़ा अपने को 2। ठीक है, अगला किहड़ा अपने को 3, फिर अपने को 5, 2 3 एंड 5। सो अपने को किन्ने हैं प्राइम नंबर, नंबर ऑफ प्राइम्स अपने को हो गए 3। ठीक है, सो जेकर आप प्रोबेबिलिटी कढ़नी हो नंबर ऑफ प्राइम्स आने की, सो कितनी आएगी प्रोबेबिलिटी ऑफ प्राइम नंबरस कितनी आएगी अपने को फेवरेबल आउटकम्स अपॉन टोटल। सो फेवरेबल कितनी अपने को 3 एंड टोटल कितनी अपने को 6। सो यह आएगा 3/6। सो इसनों कैंसल करके अपने को बच जाएगा 1/2। यह अपना रिक्वायर्ड आंसर है। ठीक है, एंड सैकेंड क्वेश्चन अपन उन्होंने पूछा है नंबर लाइंग बिटवीन 2 and 6। सो 2 and 6 के किहड़े नंबरस लाई करते हैं अपने को पहला 3 आ जाता है, फिर 4, फिर 5, यही 3 करते हैं बिकॉज इस तो अगला तो 6 ही आ जाएगा। सो अपने को प्रोबेबिलिटी कढ़नी हो, प्रोबेबिलिटी ऑफ नंबरस लाइंग बिटवीन, नंबरस लाइंग बिटवीन 2 and 6, 2 and 6 कितनी आ जाएगी। सो यही कितने नंबर्स अपने को 3 नंबर्स ही है ना, 3 नंबर्स है। सो अपने को फेवरेबल आउटकम्स दैट मीन्स 3 अपॉन टोटल आउटकम्स दैट मीन्स 6। सो अपने को फिर कितनी आ जाएगी 1/2। सो सैकेंड का आंसर भी कितना आ जाएगा अपने को 1/2। क्लीयर। एंड जेकर आप अपने थर्ड क्वेश्चन वाल वधिए, अपना थर्ड क्वेश्चन की सीगा, थर्ड क्वेश्चन उन्होंने अपन पूछा एन ऑड नंबर, व्हाट इज़ द प्रोबेबिलिटी ऑफ गेटिंग एन ऑड नंबर। सो अपने को ऑड नंबर्स किहड़े है 1 to 6 ताई, एक तो अपने को 1 है, दूसरा 3, फिर अपने को 5। सो यह भी अपने को किन्ने बनते हैं 3 ही बनते हैं। सो अपने को प्रोबेबिलिटी कढ़ांगे, प्रोबेबिलिटी ऑफ गेटिंग ऑड नंबर। सो कितनी आ जाएगी फेवरेबल अपॉन टोटल। सो फेवरेबल कितनी है अपने को 3, टोटल कितनी है 6। सो यह भी कितनी आ जाएगी 1/2। सो इस क्वेश्चन में अपने तिना के आंसर कितने आए हैं 1/2 ही आए हैं। क्लीयर। सो 14th क्वेश्चन अपन गिवन है वन कार्ड इज ड्रॉन फ्रॉम वेल शफल डेक ऑफ 52 कार्ड्स, फाइंड द प्रोबेबिलिटी ऑफ गेटिंग। सो अपन इदा के 6 क्वेश्चन दिते हुए है, तो फस्टली अपन थोड़ा बहुत कार्ड्स बारे पता होना चाहिए। सो आप उन्होंने इंट्रोड्यूस कर लीए। सो अपने को इन्ह 4 आइकन्स के कार्ड होंगे है, इसनों बोलिया जाता स्पेड। ठीक है, 2 अपने को ब्लैक कलर के होंगे आइकन एंड 2 अपने को होंगे रैड कलर के, इसनों बोलिया जाता क्लब। ठीक है, इसनों बोलिया जाता डायमंड बिकॉज ये डायमंड शेप का है ना, डायमंड। एंड इसनों बोलिया जाता हार्ट्स, ये अपन पता ही है। हाँ जी, तो हरेक दे अपने को 13 कार्ड्स होंगे, इसके भी 13 13 13 एंड 13। ठीक है,
ਸੋ ਆਪਣੇ ਕੋਲੇ ਟੋਟਲ ਕਾਰਡਸ ਕਿੰਨੇ ਹੋ ਜਾਂਦੇ ਆ 52, ਠੀਕ ਹੈ। ਆਪਣੇ ਕੋਲੇ 26 ਤਾਂ ਹੁੰਦੇ ਆ ਬਲੈਕ ਕਲਰ ਦੇ ਐਂਡ 26 ਕਿੰਨੇ ਹੁੰਦੇ ਆ ਰੈੱਡ ਕਲਰ ਦੇ। ਸੋ ਆਪਣੇ ਕੋਲ ਟੋਟਲ 52 ਹੋ ਜਾਂਦੇ ਆ। ਤਾਂ ਇਹਨਾਂ ਦੇ ਵਿੱਚ ਆਪਣੇ ਕੋਲੇ ਹਰੇਕ ਦੇ 3 ਕਾਰਡਸ ਇੱਦਾਂ ਦੇ ਹੁੰਦੇ ਆ ਜੋ ਫੇਸ ਬਣੇ ਹੋਏ ਹੁੰਦੇ ਆ ਜਿਨ੍ਹਾਂ 'ਤੇ 3, ਠੀਕ ਹੈ। ਸੋ 3 ਫੇਸ ਕਾਰਡਸ ਆਪਣੇ ਕੋਲੇ ਹਰੇਕ ਦੇ ਹੁੰਦੇ ਆ। ਸੋ ਆਪਣੇ ਕੋਲੇ ਟੋਟਲ ਕਿੰਨੇ ਹੋ ਜਾਂਦੇ ਆ ਫੇਸ ਕਾਰਡਸ 12, ਠੀਕ ਹੈ। ਸੋ ਜੇਕਰ ਆਪਾਂ ਆਪਣਾ ਕੁਐਸਚਨ ਸਟਾਰਟ ਕਰੀਏ ਤਾਂ ਕੁਐਸਚਨ 'ਚ ਆਪਾਂ ਨੂੰ ਕੀ ਪੁੱਛਿਆ ਸੀਗਾ, ਫਾਈਂਡ ਦਾ ਪ੍ਰੋਬੇਬਿਲਿਟੀ ਆਫ ਗੈਟਿੰਗ ਕਿੰਗ ਆਫ ਰੈੱਡ ਕਲਰ। ਸੋ ਆਪਣੇ ਕੋਲੇ ਟੋਟਲ ਕਿੰਗਸ ਕਿੰਨੇ ਹੁੰਦੇ ਆ, ਟੋਟਲ ਕਿੰਗਸ ਹੁੰਦੇ ਆ ਆਪਣੇ ਕੋਲੇ 4, ਜਿਨ੍ਹਾਂ ਦੇ ਵਿੱਚੋਂ 2 ਹੁੰਦੇ ਆ ਆਪਣੇ ਕੋਲੇ ਬਲੈਕ ਕਲਰ ਦੇ ਐਂਡ 2 ਕਿਹੜੇ ਹੁੰਦੇ ਆ ਰੈੱਡ ਕਲਰ ਦੇ। ਸੋ ਜੇਕਰ ਆਪਾਂ ਇੱਥੇ ਲਿਖੀਏ ਆ ਕਿੰਗ ਆਫ ਰੈੱਡ ਕਲਰ ਆਪਾਂ ਨੂੰ ਇਹਨਾਂ ਨੇ ਪੁੱਛਿਆ ਤਾਂ ਆਪਣੇ ਕੋਲੇ ਕਿੰਨੇ ਹੁੰਦੇ ਆ ਨੰਬਰ ਦੇ ਵਿੱਚ ਕਿੰਗਸ ਹੁੰਦੇ ਆ ਆਪਣੇ ਕੋਲੇ 2, ਠੀਕ ਹੈ। ਸੋ ਆਪਾਂ ਪ੍ਰੋਬੇਬਿਲਿਟੀ ਕੈਲਕੂਲੇਟ ਕਰਨੀ ਹੋਵੇ, ਪ੍ਰੋਬੇਬਿਲਿਟੀ ਕਿੰਗ ਆਫ ਰੈੱਡ ਕਲਰ, ਕਿੰਗ ਆਫ ਰੈੱਡ ਕਲਰ, ਸੋ ਕਿੰਨੀ ਆ ਜਾਏਗੀ। ਹੁਣ ਆਪਣੇ ਕੋਲੇ ਫੇਵਰੇਬਲ ਆਊਟਕਮਸ ਕਿੰਨੀਆਂ 2 ਐਂਡ ਆਪਣੇ ਕੋਲੇ ਟੋਟਲ ਆਊਟਕਮਸ ਕਿੰਨੀਆਂ 52, ਠੀਕ ਹੈ। ਸੋ ਆਪਣੇ ਕੋਲੇ ਪ੍ਰੋਬੇਬਿਲਿਟੀ ਆ ਜਾਏਗੀ 1/26, ਠੀਕ ਹੈ। ਇਹ ਆਪਣਾ ਰਿਕੁਆਇਰਡ ਆਨਸਰ ਰਹੇਗਾ। ਐਂਡ ਜੇਕਰ ਆਪਾਂ ਆਪਣੇ ਸੈਕਿੰਡ ਕੁਐਸਚਨ ਦੀ ਗੱਲ ਕਰੀਏ ਆ ਫੇਸ ਕਾਰਡ ਆਉਣ ਦੀ ਪ੍ਰੋਬੇਬਿਲਿਟੀ ਕਿੰਨੀ ਹੋਏਗੀ। ਸੋ ਹੁਣੇ ਆਪਾਂ ਕਰਕੇ ਆਏ ਸੀਗੇ ਫੇਸ ਕਾਰਡਸ ਟੋਟਲ ਕਿੰਨੇ ਹੁੰਦੇ ਆ 12, ਹਰੇਕ ਦੇ 3 ਹੁੰਦੇ ਆ ਨਾ। ਸੋ ਕਿੰਨੇ ਹੋਏ ਟੋਟਲ 12। ਸੋ ਆਪਣੇ ਕੋਲੇ ਫੇਸ ਕਾਰਡਸ ਦੀ ਜਗ੍ਹਾ 'ਤੇ ਆਪਾਂ ਲਿਖਾਂਗੇ 12। ਸੋ ਆਪਣੇ ਕੋਲੇ ਪ੍ਰੋਬੇਬਿਲਿਟੀ ਆਫ ਫੇਸ ਕਾਰਡਸ ਕਿੰਨੀ ਹੋਏਗੀ, ਪ੍ਰੋਬੇਬਿਲਿਟੀ ਆਫ ਫੇਸ ਕਾਰਡਸ, ਹਾਂਜੀ ਤਾਂ ਆਪਣੇ ਕੋਲੇ ਫੇਵਰੇਬਲ ਆਊਟਕਮਸ ਕਿੰਨੀਆਂ 12 ਐਂਡ ਆਪਣੇ ਕੋਲੇ ਟੋਟਲ ਆਊਟਕਮਸ ਕਿੰਨੀਆਂ ਫਿਰ 52। ਸੋ ਆਪਣੇ ਕੋਲੇ ਆਨਸਰ ਆ ਜਾਏਗਾ, ਇਸ ਨੂੰ ਕੱਟ ਕੇ ਇੱਥੇ ਕਿੰਨਾ ਆ ਜਾਏਗਾ 6, ਇੱਥੇ ਕਿੰਨਾ ਆ ਜਾਏਗਾ 26। ਸੋ ਇੱਥੇ ਆ ਜਾਏਗਾ 3, ਇੱਥੇ ਆ ਜਾਏਗਾ 13। ਸੋ ਆਪਣਾ ਆਨਸਰ ਆਏਗਾ 3/13, ਠੀਕ ਹੈ। ਇਹ ਆਪਣਾ ਸੈਕਿੰਡ ਦਾ ਆਨਸਰ ਆਏਗਾ। ਐਂਡ ਜੇਕਰ ਆਪਾਂ ਆਪਣੇ ਥਰਡ ਕੁਐਸਚਨ ਦੀ ਗੱਲ ਕਰੀਏ ਕੀ ਪੁੱਛਿਆ ਉਹਨਾਂ ਨੇ ਆ ਰੈੱਡ ਫੇਸ ਕਾਰਡ, ਹਾਂਜੀ ਤਾਂ ਆਪਣੇ ਕੋਲ ਟੋਟਲ ਫੇਸ ਕਾਰਡਸ ਕਿੰਨੇ ਹੁੰਦੇ ਆ 12, ਬਟ ਇੱਥੇ ਪੁੱਛਿਆ ਉਹਨਾਂ ਨੇ ਰੈੱਡ ਫੇਸ ਕਾਰਡ। ਸੋ ਰੈੱਡ ਫੇਸ ਕਾਰਡਸ ਕਿੰਨੇ ਸੀ ਆਪਣੇ ਕੋਲੇ 3 ਸੀਗੇ। ਸੋ ਟੋਟਲ ਕਿੰਨੇ ਹੋ ਗਏ 6, ਹੈ ਨਾ। ਤਾਂ ਆਪਣੇ ਕੋਲੇ ਇੱਥੇ ਆਪਾਂ ਲਿਖਾਂਗੇ 6। ਸੋ ਜੇਕਰ ਆਪਾਂ ਪ੍ਰੋਬੇਬਿਲਿਟੀ ਕੱਢਣੀ ਹੋਵੇ, ਪ੍ਰੋਬੇਬਿਲਿਟੀ ਆਫ ਰੈੱਡ ਫੇਸ ਕਾਰਡ ਕਿੰਨੀ ਆ ਜਾਏਗੀ ਆਪਣੇ ਕੋਲੇ, ਰੈੱਡ ਫੇਸ ਕਾਰਡ ਇਹ ਆ ਜਾਏਗੀ ਆਪਣੇ ਕੋਲੇ 6, ਦੈਟ ਇਜ਼ ਆਪਣਾ ਫੇਵਰੇਬਲ ਆਊਟਕਮਸ ਅਪੋਨ ਟੋਟਲ ਆਊਟਕਮਸ ਕਿੰਨੀਆਂ ਸੀਗੀਆਂ 52। ਸੋ ਆਪਣੇ ਕੋਲੇ ਆਨਸਰ ਆ ਜਾਏਗਾ ਇੱਥੇ 3 ਆ ਜਾਏਗਾ ਐਂਡ ਇੱਥੇ 26। ਸੋ ਆਪਣੇ ਕੋਲੇ ਆਨਸਰ ਆ ਜਾਏਗਾ 3/26, ਕਲੀਅਰ। ਇਹ ਆਪਣਾ ਥਰਡ ਦਾ ਆਨਸਰ ਆ ਜਾਏਗਾ। ਸੋ ਆਪਣਾ ਫੋਰਥ ਪਾਰਟ ਹੈ ਜੈਕ ਆਫ ਹਾਰਟਸ। ਸੋ ਪਹਿਲੀ ਗੱਲ ਜੈਕ ਕਿਸ ਨੂੰ ਬੁਲਾਇਆ ਜਾਂਦਾ 11 ਨੰਬਰ ਕਾਰਡ ਨੂੰ, ਠੀਕ ਹੈ। ਐਂਡ ਹਾਰਟਸ ਦੀ ਗੱਲ ਕੀਤੀ ਹੈ, ਸੋ ਆਪਣੇ ਕੋਲੇ ਕਿੰਨੇ ਹੋਣਗੇ 1 ਹੀ ਹੋਊਗਾ। ਹਰੇਕ ਦਾ ਇੱਕ ਜੈਕ ਹੁੰਦਾ ਆਪਣੇ ਕੋਲੇ, ਜਿਵੇਂ ਹਰੇਕ ਦਾ ਇੱਕ ਕਿੰਗ ਹੁੰਦਾ ਨਾ ਉੱਦਾਂ ਹੀ। ਸੋ ਆਪਣੇ ਕੋਲੇ ਜੇ ਆਪਾਂ ਪ੍ਰੋਬੇਬਿਲਿਟੀ ਕੱਢਣੀ ਹੋਵੇ, ਪ੍ਰੋਬੇਬਿਲਿਟੀ ਆਫ ਜੈਕ ਆਫ ਹਾਰਟਸ, ਤਾਂ ਆਪਣੇ ਕੋਲੇ ਕਿੰਨੀ ਆ ਜਾਏਗੀ 1/ ਟੋਟਲ ਕਿੰਨੇ ਆਪਣੇ ਕੋਲੇ ਕਾਰਡਸ 52। ਸੋ ਆਪਣੇ ਕੋਲੇ ਇਹ ਰਿਕੁਆਇਰਡ ਆਨਸਰ ਆ ਜਾਏਗਾ, ਕਲੀਅਰ। ਐਂਡ ਜੇਕਰ ਆਪਾਂ ਆਪਣੇ ਫਿਫਥ ਪਾਰਟ ਦੀ ਗੱਲ ਕਰੀਏ, ਫਿਫਥ ਪਾਰਟ ਉਹਨਾਂ ਨੇ ਕੀ ਪੁੱਛਿਆ ਆਪਾਂ ਨੂੰ ਆ ਸਪੇਡ। ਸੋ ਆਪਣੇ ਕੋਲੇ ਸਪੇਡ ਆਉਣ ਦੀ ਪ੍ਰੋਬੇਬਿਲਿਟੀ ਕਿੰਨੀ ਹੋਏਗੀ, ਹਾਂਜੀ ਤਾਂ ਆਪਣੇ ਕੋਲੇ ਸਪੇਡ ਕਿੰਨੇ ਹੁੰਦੇ ਆ ਹੁਣੇ ਆਪਾਂ ਕਿਹਾ ਸੀਗਾ 13, ਠੀਕ ਹੈ। ਸੋ ਆਪਣੇ ਕੋਲੇ ਕਿੰਨੇ ਹੋਣਗੇ ਇਹ 13। ਸੋ ਇੱਥੇ ਆਪਾਂ ਲਿਖ ਦਿੰਦੇ ਹਾਂ। ਸੋ ਪ੍ਰੋਬੇਬਿਲਿਟੀ ਦੀ ਜੇਕਰ ਆਪਾਂ ਗੱਲ ਕਰੀਏ, ਪ੍ਰੋਬੇਬਿਲਿਟੀ ਆਫ ਸਪੇਡ ਕਿੰਨੀ ਆ ਜਾਏਗੀ ਇਹ 13/52। ਸੋ ਇਸ ਨੂੰ ਜੇਕਰ ਆਪਾਂ ਕੱਟਾਂਗੇ ਇਹ ਆ ਜਾਏਗਾ ਆਪਣੇ ਕੋਲੇ 1/4। ਇਹ ਆਪਣਾ ਰਿਕੁਆਇਰਡ ਆਨਸਰ ਆ, ਠੀਕ ਹੈ। ਐਂਡ ਜੇਕਰ ਆਪਾਂ ਆਪਣੇ ਸਿਕਸਥ ਪਾਰਟ ਦੀ ਗੱਲ ਕਰੀਏ ਅ ਕੁਈਨ ਆਫ ਡਾਇਮੰਡਸ, ਹਾਂਜੀ ਤਾਂ ਕੁਈਨ ਪਹਿਲਾਂ ਤਾਂ 12 ਨੰਬਰ ਨੂੰ ਬੁਲਾਇਆ ਜਾਂਦਾ, 12 ਨੰਬਰ ਕਾਰਡ ਨੂੰ ਬੁਲਾਇਆ ਜਾਂਦਾ ਕੁਈਨ। ਸੋ ਡਾਇਮੰਡ ਦੀ ਵੀ ਹਰੇਕ ਦੀ ਇੱਕ ਕੁਈਨ ਹੀ ਹੁੰਦੀ ਆ, ਹੈ ਨਾ। ਸੋ ਜਿਵੇਂ ਆਪਣੇ ਕੋਲੇ ਇੱਥੇ ਆਪਾਂ ਕੀਤਾ ਸੀਗਾ ਇੱਕ ਕੁਈਨ ਇਸ ਦੀ, ਇੱਕ ਇਸ ਦੀ, ਇੱਕ ਇਸ ਦੀ ਐਂਡ ਇੱਕ ਇਸ ਦੀ, ਹੈ ਨਾ। ਸੋ ਆਪਣੇ ਕੋਲੇ ਇੱਥੇ ਕਿੰਨਾ ਆ ਜਾਏਗਾ 1। ਸੋ ਜੇਕਰ ਆਪਾਂ ਪ੍ਰੋਬੇਬਿਲਿਟੀ ਕੱਢਣੀ ਹੋਵੇ, ਪ੍ਰੋਬੇਬਿਲਿਟੀ ਕੁਈਨ ਆਫ ਡਾਇਮੰਡਸ, ਕੁਈਨ ਆਫ ਡਾਇਮੰਡ, ਸੋ ਕਿੰਨਾ ਆ ਜਾਏਗਾ 1/1/, ਟੋਟਲ ਕਾਰਡਸ ਕਿੰਨੇ ਆਪਣੇ ਕੋਲੇ 52।
ਸੋ ਇਹ ਆਪਣਾ ਰਿਕੁਆਇਰਡ ਆਨਸਰ ਆ ਜਾਏਗਾ। ਠੀਕ ਹੈ। ਸੋ ਆਪਣੇ ਕੋਲੇ 15th ਕੁਐਸਚਨ ਹੈ 5 ਕਾਰਡਸ ਦਾ 10 ਜੈਕ ਕੁਈਨ ਕਿੰਗ ਐਂਡ ਏਸ ਆਫ ਡਾਇਮੰਡਸ ਜੋ ਆਪਣੇ ਕੋਲੇ ਫਿਗਰ ਦੇ ਵਿੱਚ ਦਿੱਤੇ ਹੋਏ ਆ ਸਾਰੇ ਆਰ ਵੈਲ ਸ਼ਫਲਡ ਵਿਦ ਦੇਅਰ ਫੇਸ ਡਾਊਨਵਰਡਸ ਵਨ ਕਾਰਡ ਇਜ਼ ਦੈਨ ਪਿਕਡ ਅਪ ਐਟ ਰੈਂਡਮ। ਇਹਨਾਂ ਦੇ ਵਿੱਚੋਂ ਕੋਈ ਵੀ ਇੱਕ ਕਾਰਡ ਚੱਕਿਆ ਗਿਆ ਰੈਂਡਮਲੀ। ਵਾਟ ਇਜ਼ ਦਾ ਪ੍ਰੋਬੇਬਿਲਿਟੀ ਦੈਟ ਦਾ ਕਾਰਡ ਇਜ਼ ਕੁਈਨ। ਸੋ ਆਪਾਂ ਕੁਈਨ ਦੀ ਪ੍ਰੋਬੇਬਿਲਿਟੀ ਚੈੱਕ ਕਰਨੀ ਹੈ। ਹਾਂਜੀ, ਤਾਂ ਇਹਨਾਂ ਦੇ ਵਿੱਚ ਕੁਈਨ ਆਉਣ ਦੇ ਚਾਂਸ ਕਿੰਨੇ ਹੋਣਗੇ ਜੋ ਇੱਕ ਵਾਰ ਪਿਕ ਕੀਤਾ ਜਾਊਗਾ? ਤਾਂ ਓਬਵੀਅਸਲੀ ਇੱਕ ਚਾਂਸ ਹੀ ਹੋਊਗਾ ਕੁਈਨ ਆਉਣ ਦਾ। ਸੋ ਆਪਣੇ ਕੋਲੇ ਪ੍ਰੋਬੇਬਿਲਿਟੀ ਕਿੰਨੀ ਆ ਜਾਏਗੀ? ਪ੍ਰੋਬੇਬਿਲਿਟੀ ਆਫ ਕੁਈਨ ਕਿੰਨੀ ਆ ਜਾਏਗੀ? ਹਾਂਜੀ, ਫੇਵਰੇਬਲ ਆਊਟਕਮਸ ਅਪੋਨ ਟੋਟਲ। ਤਾਂ ਫੇਵਰੇਬਲ ਕਿੰਨੀ ਸੀ ਆਪਣੇ ਕੋਲੇ? 1 ਹੀ ਸੀ ਆਹ, ਐਂਡ ਟੋਟਲ ਕਿੰਨੀਆਂ ਸੀ? 5। ਸੋ 1/5 ਆਪਣਾ ਰਿਕੁਆਇਰਡ ਆਨਸਰ ਆ ਜਾਏਗਾ। ਕਲੀਅਰ। ਐਂਡ ਜੇਕਰ ਆਪਾਂ ਆਪਣੇ ਸੈਕਿੰਡ ਕੁਐਸਚਨ ਦੀ ਗੱਲ ਕਰੀਏ, ਸੈਕਿੰਡ ਕੁਐਸਚਨ ਵਿੱਚ ਉਹਨਾਂ ਨੇ ਕੀ ਪੁੱਛਿਆ? ਇਫ ਦ ਕੁਈਨ ਇਜ਼ ਡਰਾਉਨ ਐਂਡ ਪੁੱਟ ਏ ਸਾਈਡ। ਉਹ ਕਹਿੰਦੇ ਵੀ ਜੇਕਰ ਕੁਈਨ ਨੂੰ ਆਪਾਂ ਪਾਸੇ 'ਤੇ ਰੱਖਤਾ, ਠੀਕ ਹੈ, ਵਿੱਚੋਂ ਆਪਾਂ ਕੱਢ ਹੀ ਦਿੱਤਾ ਪੱਤਿਆਂ 'ਚੋਂ ਹੁਣ ਕੁਈਨ ਨੂੰ। ਵਾਟ ਇਜ਼ ਦਾ ਪ੍ਰੋਬੇਬਿਲਿਟੀ ਦੈਟ ਦਾ ਸੈਕਿੰਡ ਕਾਰਡ ਪਿਕਡ ਅਪ ਇਜ਼ 1 ਏਸ। ਠੀਕ ਹੈ, ਜਾਂ ਆਪਣੇ ਕੋਲੇ ਉਹ ਕਹਿੰਦਾ ਵੀ ਦੱਸੋ ਵੀ ਹੁਣ ਆਪਣੇ ਕੋਲੇ ਪ੍ਰੋਬੇਬਿਲਿਟੀ ਕਿੰਨੀ ਹੋਏਗੀ ਵੀ ਜਿਹੜਾ ਕਾਰਡ ਪਿਕ ਹੋਏਗਾ ਉਹ ਏਸ ਹੋਵੇ। ਤਾਂ ਏਸ ਆਉਣ ਦੇ ਚਾਂਸਿਸ ਕਿੰਨੇ ਆ? ਇਹ ਵੀ ਇੱਕ ਹੀ ਹੈ, ਬਟ ਹੁਣ ਆਪਣੇ ਕੋਲੇ ਟੋਟਲ ਕਿੰਨੇ ਰਹਿ ਗਏ? 4। ਸੋ ਆਪਣੇ ਕੋਲੇ ਆਨਸਰ ਆਏਗਾ ਇਸ ਦਾ ਏ ਪਾਰਟ ਦਾ ਆਨਸਰ ਕਿੰਨਾ ਆਏਗਾ? ਪ੍ਰੋਬੇਬਿਲਿਟੀ ਆਫ ਏਸ ਕਿੰਨੀ ਆਏਗੀ? 1/4। ਕਲੀਅਰ। ਕਿਸੇ ਨੇ ਵੀ 5 ਨਹੀਂ ਲਿਖ ਕੇ ਆਉਣਾ ਬਿਕੋਜ਼ ਆਪਾਂ ਇਹ ਵਾਲੇ ਪੱਤੇ ਨੂੰ ਤਾਂ ਵਿੱਚੋਂ ਹੀ ਕੱਢਤਾ। ਠੀਕ ਹੈ। ਐਂਡ ਪ੍ਰੋਬੇਬਿਲਿਟੀ ਆਫ ਕੁਈਨ ਕਿੰਨੀ ਹੋਏਗੀ? ਜਿਹੜਾ ਬੀ ਪਾਰਟ ਹੈ। ਹੁਣ ਦੇਖੋ ਜੀ, ਕੁਈਨ ਤਾਂ ਇਹਨਾਂ ਦੇ ਵਿੱਚ ਹੈ ਹੀ ਨਹੀਂ, ਸੋ ਪ੍ਰੋਬੇਬਿਲਿਟੀ ਆਫ ਕੁਈਨ ਕਿੰਨੀ ਹੋਏਗੀ? 0 ਹੀ ਹੋਏਗੀ ਨਾ, ਬਿਕੋਜ਼ ਕੁਈਨ ਤਾਂ ਇਹਨਾਂ ਦੇ ਵਿੱਚ ਚਾਰਾਂ ਦੇ ਵਿੱਚ ਹੈ ਹੀ ਨਹੀਂ। ਕਲੀਅਰ। ਸੋ ਇਸ ਦਾ ਆਨਸਰ ਆਏਗਾ 0। ਸੋ ਹੋਪਫੁਲੀ ਤੁਹਾਨੂੰ ਇਹ ਕੁਐਸਚਨ ਸਮਝ ਆ ਗਏ ਹੋਣਗੇ। ਜਿਹੜੇ ਆਪਣੇ ਬਾਕੀ ਦੇ ਕੁਐਸਚਨਸ ਰਹਿ ਗਏ ਉਹ ਆਪਾਂ ਨੈਕਸਟ ਵੀਡੀਓ ਵਿੱਚ ਕਰਦੇ ਹਾਂ। ਠੀਕ ਹੈ। ਸੋ ਗੁੱਡ ਬਾਏ ਸਟੂਡੈਂਟਸ, ਹੈਵ ਅ ਨਾਈਸ ਡੇ।